ਬੱਚਿਓ ਅੱਜ ਦੇ BA ਥਰਡ ਸਮੈਸਟਰ ਦੇ ਇਸ ਵੀਡੀਓ ਲੈਕਚਰ ਦੇ ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਆਪਣੇ ਟੌਪਿਕ ਨੂੰ ਅੱਗੇ ਵਧਾਉਂਦਾ ਹੋਇਆ ਫੰਡਾਮੈਂਟਲ ਰਾਈਟਸ ਵਾਲਾ ਅਸੀਂ ਜਿਹੜਾ ਟੌਪਿਕ ਕਰ ਰਹੇ ਹਾਂ ਉਹਨੂੰ ਅਸੀਂ ਜਿਹੜਾ ਹੈ ਅੱਗੇ ਵਧਾਵਾਂਗੇ। ਔਰ ਅੱਜ ਜਿਹੜਾ ਹੈਗਾ ਅਸੀਂ ਫੰਡਾਮੈਂਟਲ ਰਾਈਟਸ ਵਾਲੇ ਚੈਪਟਰ ਦੇ ਵਿੱਚੋਂ ਉਹਦੀਆਂ ਵਿਸ਼ੇਸ਼ਤਾਵਾਂ ਅਤੇ ਉਹਦੀ ਕਲਾਸੀਫਿਕੇਸ਼ਨ ਜਿਹੜੀ ਹੈਗੀ ਹੈ ਉਹ ਡਿਸਕਸ ਆਪਾਂ ਕਰਾਂਗੇ। ਸੋ ਮੈਂ ਤੁਹਾਡੇ ਨਾਲ ਇੱਥੇ ਇੱਕ ਡਾਕੂਮੈਂਟ ਜਿਹੜਾ ਹੈਗਾ ਉਹ ਸ਼ੇਅਰ ਕਰਨ ਲੱਗਾ। ਕੱਲ ਅਸੀਂ ਗੱਲ ਕੀਤੀ ਸੀ ਕਿ ਸਾਡੇ ਸੰਵਿਧਾਨ ਦੇ ਵਿੱਚ ਮੁੱਖ ਤੌਰ ਤੇ 6 ਜਿਹੜੇ ਆ ਫੰਡਾਮੈਂਟਲ ਰਾਈਟਸ ਅਸੀਂ ਆਪਣੇ ਨਾਗਰਿਕਾਂ ਨੂੰ ਦਿੱਤੇ ਹੋਏ ਆ, ਪਰ ਜਦੋਂ ਸੰਵਿਧਾਨ ਬਣਿਆ ਸੀ ਉਸ ਵੇਲੇ ਇਹਨਾਂ ਦੀ ਸੰਖਿਆ 7 ਸੀਗੀ। ਰਾਈਟ ਟੂ ਪ੍ਰੋਪਰਟੀ ਨੂੰ ਇੱਕ ਲੀਗਲ ਰਾਈਟ ਬਣਾਇਆ ਗਿਆ ਅੰਡਰ ਆਰਟੀਕਲ 300 ਇਹ, ਕਿਉਂਕਿ ਉਸ ਦੇ ਕਾਰਨ ਰਾਜਨੀਤਿਕ ਵਿਵਸਥਾ ਅਤੇ ਸਮਾਜਿਕ ਵਿਵਸਥਾ ਦੇ ਵਿੱਚ ਕਈ ਤਰ੍ਹਾਂ ਦੇ ਝਗੜੇ ਪੈਦਾ ਹੋ ਰਹੇ ਸੀ। ਉਹਨਾਂ ਝਗੜਿਆਂ ਨੂੰ ਖਤਮ ਕਰਨ ਵਾਸਤੇ ਜਿਹੜਾ ਸੀਗਾ 44ਵੀਂ ਸੋਧ ਰਾਹੀਂ 1978 ਦੇ ਵਿੱਚ ਜਿਹੜਾ ਸੀ ਰਾਈਟ ਟੂ ਪ੍ਰੋਪਰਟੀ ਨੂੰ ਇੱਕ ਕਾਨੂੰਨੀ ਅਧਿਕਾਰ ਬਣਾਇਆ। ਸੋ ਕੱਲ ਅਸੀਂ ਆਪਣਾ ਲੈਕਚਰ 6 ਫੰਡਾਮੈਂਟਲ ਰਾਈਟਸ ਦੀ ਡਿਸਕਸ਼ਨ ਉੱਤੇ ਜਿਹੜਾ ਸੀਗਾ ਖਤਮ ਕੀਤਾ ਸੀ। ਰਾਈਟ ਟੂ ਇਕੁਐਲਿਟੀ, ਕਾਨੂੰਨ ਦੇ ਸਾਹਮਣੇ ਸਮਾਨਤਾ ਜਾਂ ਸਮਾਨਤਾ ਦਾ ਅਧਿਕਾਰ, ਫਿਰ ਸੁਤੰਤਰਤਾ ਦਾ ਅਧਿਕਾਰ, ਫਿਰ ਸ਼ੋਸ਼ਣ ਦੇ ਵਿਰੁੱਧ ਅਧਿਕਾਰ ਮਿਲੇ ਹੋਏ ਸਾਡੇ ਨਾਗਰਿਕਾਂ ਨੂੰ, ਫਿਰ ਰਾਈਟ ਟੂ ਫਰੀडम ਆਫ ਰਿਲੀਜਨ ਜਿਹੜਾ ਹੈ ਉਹ ਮਿਲਿਆ ਹੋਇਆ, ਧਾਰਮਿਕ ਸੁਤੰਤਰਤਾ ਦਾ ਅਧਿਕਾਰ ਮਿਲਿਆ ਹੋਇਆ, ਫਿਰ ਕਲਚਰਲ ਅਤੇ ਐਜੂਕੇਸ਼ਨਲ ਰਾਈਟਸ ਮਿਲੇ ਹੋਏ, ਫਿਰ ਰਾਈਟ ਟੂ ਕਨਸਟੀਟਿਊਸ਼ਨਲ ਰੈਮਡੀਜ਼ ਜਿਹੜਾ ਹੈ ਉਹ ਸਾਨੂੰ ਮਿਲਿਆ ਹੋਇਆ, ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ। ਇਹਦੇ ਅੰਡਰ ਜਿਹੜੇ ਆਪਣੇ ਭਾਰਤ ਦੇ ਨਾਗਰਿਕ ਹੈਗੇ ਆਪਣੇ ਫੰਡਾਮੈਂਟਲ ਰਾਈਟਸ ਦੀ ਜਿਹੜੀ ਹੈ ਰੱਖਿਆ ਕਰ ਸਕਦੇ ਆ, ਸੁਰੱਖਿਆ ਕਰ ਸਕਦੇ ਆ। ਇਸ ਕਰਕੇ ਇਹ ਅਧਿਕਾਰ ਜਿਹੜਾ ਹੈ ਉਹ ਭਾਰਤ ਦੇ ਨਾਗਰਿਕਾਂ ਨੂੰ ਜਿਹੜਾ ਹੈਗਾ ਦਿੱਤਾ ਗਿਆ। ਸੋ ਹੁਣ ਇਹਦੀਆਂ ਵਿਸ਼ੇਸ਼ਤਾਵਾਂ ਅਸੀਂ ਜਿਹੜਾ ਹੈ ਡਿਸਕਸ ਕਰਦੇ ਹਾਂ। ਹੁਣ ਪਹਿਲਾ ਪੁਆਇੰਟ ਹੈਗਾ ਕਿ ਡਿਟੇਲਡ ਡਿਸਕ੍ਰਿਪਸ਼ਨ ਆਫ ਫੰਡਾਮੈਂਟਲ ਰਾਈਟਸ। ਜਿਹੜਾ ਸਾਡਾ ਕਨਸਟੀਟਿਊਸ਼ਨ ਹੈ ਉਹਦੇ ਵਿੱਚ 3rd ਚੈਪਟਰ ਦੇ ਵਿੱਚ ਆਰਟੀਕਲ 12 ਤੋਂ ਲੈ ਕੇ 35 ਤੱਕ ਜਿਹੜੇ ਹੈ ਫੰਡਾਮੈਂਟਲ ਰਾਈਟਸ ਸਾਡੇ ਸੰਵਿਧਾਨ ਦੇ ਵਿੱਚ ਜਿਹੜੇ ਹੈ ਦਿੱਤੇ ਹੋਏ। ਸੋ ਨਿਊਟਲੀ ਦਿੱਤੇ ਹੋਏ ਹੈ, ਡਿਟੇਲ 'ਚ ਦਿੱਤੇ ਹੋਏ ਹੈ, ਪਰ ਇਹ ਇੱਕ ਗੱਲ ਤੁਸੀਂ ਯਾਦ ਰੱਖਣੀ ਹੈ ਕਿ ਇਹ ਪੋਲੀਟੀਕਲ ਰਾਈਟਸ ਹੈਗੇ ਆ, ਠੀਕ ਹੈ ਜੀ। ਔਰ ਸਾਡੇ ਸੰਵਿਧਾਨ ਦੇ ਵਿੱਚ ਆਰਥਿਕ ਅਧਿਕਾਰਾਂ ਅਤੇ ਸਮਾਜਿਕ ਅਧਿਕਾਰਾਂ ਨੂੰ ਜਗ੍ਹਾ ਨਹੀਂ ਦਿੱਤੀ ਗਈ। ਨਾ ਇਕਨੋਮਿਕ ਰਾਈਟਸ ਦਾ ਵਰਣਨ ਹੈਗਾ ਹੈ ਜਿਹੜਾ ਤੀਸਰਾ ਅਧਿਆਇ ਹੈ। ਸੋ ਅਗਰ ਸਾਡੇ ਦੇਸ਼ ਨੇ ਹਰ ਪੱਖ ਤੋਂ ਤਰੱਕੀ ਕਰਨੀ ਹੈ ਜਾਂ ਸਮਾਜਿਕ ਅਤੇ ਆਰਥਿਕ ਨਿਆਂ ਦੀ ਸਥਾਪਨਾ ਕਰਨੀ ਹੈ, ਉਹਦੇ ਲਈ ਸਮਾਜਿਕ ਅਤੇ ਆਰਥਿਕ ਜਿਹੜੇ ਅਧਿਕਾਰ ਹੈ ਉਹਨਾਂ ਨੂੰ ਵੀ ਸੰਵਿਧਾਨ ਦੇ ਵਿੱਚ ਜਗ੍ਹਾ ਦੇਣੀ ਚਾਹੀਦੀ ਸੀ। ਪਰ ਸਾਡੇ ਸੰਵਿਧਾਨ ਨਿਰਮਾਤਾਵਾਂ ਨੇ ਜਿਹੜਾ ਹੈ ਇਹ ਸਾਰੀ ਵਿਵਸਥਾ ਜਿਹੜੇ ਹੈ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤ ਹੈਗੇ ਹੈ ਉਹਨਾਂ ਵਿੱਚ ਜਿਹੜਾ ਹੈ ਕੀਤੀ ਹੋਈ। ਹੁਣ ਫੰਡਾਮੈਂਟਲ ਰਾਈਟਸ ਆਰ ਕਨਫਰਮ ਵਿਦ ਆਵਰ ਸੋਸ਼ਲ ਕੰਡੀਸ਼ਨਸ, ਠੀਕ ਹੈ ਜੀ। ਜਿਹੜੀਆਂ ਸਾਡੀ ਸਮਾਜਿਕ ਵਿਵਸਥਾ ਹੈ ਜਾਂ ਜਿਹੜੀ ਸਾਡੀ ਆਰਥਿਕ ਵਿਵਸਥਾ ਹੈ, ਜਿੱਦਾਂ ਉਹਦੇ ਨਾਲ ਜਿਹੜੇ ਸਾਡੇ ਅਧਿਕਾਰ ਹੈ ਉਹ ਮੇਲ ਖਾਂਦੇ। ਜਿੱਦਾਂ ਉਦਾਹਰਨ ਦੇ ਤੌਰ ਤੇ ਜਦੋਂ ਅੰਗਰੇਜ਼ ਭਾਰਤ ਉੱਤੇ ਰਾਜ ਕਰ ਰਹੇ ਸੀ ਉਸ ਵੇਲੇ ਜਿਹੜਾ ਸੀਗਾ ਹਰ ਤਰ੍ਹਾਂ ਦਾ ਭੇਦਭਾਵ ਜਿਹੜਾ ਹੋ ਰਿਹਾ ਸੀ। ਜਿਹੜੇ ਨੀਚਲੀ ਜਾਤੀ ਦੇ ਲੋਕ ਸੀਗੇ ਉਹਨਾਂ ਨੂੰ ਜਿਹੜਾ ਹੈ ਉੱਚੀ ਜਾਤੀ ਦੇ ਮੰਦਿਰਾਂ 'ਚ, ਗੁਰਦੁਆਰਿਆਂ 'ਚ, ਫਿਰ ਜਿੱਥੋਂ ਪਾਣੀ ਭਰਦੇ ਸੀ ਉੱਥੋਂ ਪਾਣੀ ਨਹੀਂ ਉਹਨਾਂ ਨੂੰ ਜਿਹੜਾ ਹੈ ਭਰਨ ਦਿੱਤਾ ਜਾਂਦਾ ਸੀ। ਛੂਆ-ਛਾਤ ਦੀ ਜਿਹੜੀ ਪ੍ਰਵਿਰਤੀ ਜਿਹੜੀ ਸੀਗੀ ਉਹ ਆਪਣੀ ਚਰਮ ਸੀਮਾ ਦੇ ਉੱਤੇ ਸੀ। ਸੋ ਇਸ ਨੂੰ ਵੀ ਜਿਹੜਾ ਹੈਗਾ ਖਤਮ ਜਿਹੜਾ ਹੈਗਾ ਉਹ ਕੀਤਾ ਗਿਆ ਸਾਡੇ ਸੰਵਿਧਾਨ ਦੇ ਵਿੱਚ ਧਾਰਾ 17 ਦੇ ਵਿੱਚ। ਫਿਰ ਜਿਹੜੀ ਭੀਖ ਮੰਗਣ ਦੇ ਉੱਤੇ ਵੀ ਜਿਹੜੀ ਹੈ ਰੋਕ ਲਾਈ ਗਈ ਹੈ। ਫਿਰ ਜਿਹੜਾ ਹੈ ਹਰ ਤਰ੍ਹਾਂ ਦਾ ਜਿਹੜਾ ਸ਼ੋਸ਼ਣ ਹੈ ਉਹਨੂੰ ਧਾਰਾ 15 ਦੇ ਵਿੱਚ ਜਿਹੜਾ ਹੈ ਖਤਮ ਕੀਤਾ ਗਿਆ ਹੈ। ਚਾਹੇ ਉਹ ਸ਼ੋਸ਼ਣ ਜਿਹੜਾ ਹੈ ਕਾਸਟ ਦੇ ਆਧਾਰ ਤੇ ਹੋਵੇ, ਕ੍ਰੀਡ ਦੇ ਆਧਾਰ ਤੇ ਹੋਵੇ,
ਰੇਸ ਦੇ ਆਧਾਰ ਤੇ ਹੋਵੇ ਜਾਂ ਹੋਰ ਕਿਸੇ ਆਧਾਰ ਤੇ ਹੋਵੇ, ਉਹ ਸਾਰੀ ਦੀ ਸਮਾਪਤੀ ਕੀਤੀ ਗਈ ਹੈ। ਔਰ ਸਾਰਿਆਂ ਨੂੰ ਜਿਹੜਾ ਹੈ ਉਹ ਵੋਟ ਪਾਉਣ ਦਾ ਅਧਿਕਾਰ ਵੀ ਜਿਹੜਾ ਮਿਲਿਆ ਹੋਇਆ ਹੈ, ਉਹ ਬਿਨਾਂ ਕਿਸੇ ਭੇਦਭਾਵ ਤੋਂ ਮਿਲਿਆ ਹੋਇਆ ਹੈ। ਓਨਲੀ ਕਲਾਸੀਫਾਈਡ ਰਾਈਟਸ, ਨੋ ਰੈਕੋਗਨੀਸ਼ਨ ਟੂ ਨੈਚੁਰਲ ਰਾਈਟਸ। ਹੁਣ ਪ੍ਰਾਕ੍ਰਿਤਿਕ ਅਧਿਕਾਰ ਕੀ ਹੁੰਦੇ ਆ? ਪ੍ਰਾਕ੍ਰਿਤਿਕ ਅਧਿਕਾਰ ਇਹੋ ਜਿਹੇ ਅਧਿਕਾਰ ਹੁੰਦੇ ਆ ਮਨੁੱਖ ਦੇ ਜਿਹਦੀ ਪ੍ਰਾਪਤੀ ਉਸਨੂੰ ਉਸਦੇ ਜਨਮ ਦੇ ਵੇਲੇ ਹੁੰਦੀ ਹੈ। ਜਿੱਦਾਂ ਸੁਤੰਤਰਤਾ ਦਾ ਅਧਿਕਾਰ ਇੱਕ ਪ੍ਰਾਕ੍ਰਿਤਿਕ ਅਧਿਕਾਰ ਹੈ, ਠੀਕ ਹੈ। ਕਲਾਸੀਫਿਕੇਸ਼ਨ ਜਿਹੜੀ ਹੈ, beside these they have no other right, makers have given no recognition to principle of natural rights। ਜਿਹੜੇ ਅਮਰੀਕਨ ਸਿਟੀਜ਼ਨ ਹੈਗੇ, ਜੇ ਆਪਾਂ ਅਮਰੀਕਾ ਦੀ ਗੱਲ ਕਰੀਏ ਤਾਂ ਅਮਰੀਕਾ ਦੇ ਵਿੱਚ ਜਿਹੜਾ ਹੈ, ਜਿਹੜੇ ਉੱਥੇ ਦੇ ਨਾਗਰਿਕ ਹੈ, ਉਹਨਾਂ ਨੂੰ ਪ੍ਰਾਕ੍ਰਿਤਿਕ ਅਧਿਕਾਰਾਂ ਦਾ ਵਰਣਨ ਜਿਹੜਾ ਹੈ ਸੰਵਿਧਾਨ ਦੇ ਵਿੱਚ ਕੀਤਾ ਗਿਆ, ਪਰ ਭਾਰਤੀ ਸੰਵਿਧਾਨ ਦੇ ਵਿੱਚ ਅਲੱਗ ਤੋਂ ਜਿਹੜੇ ਪ੍ਰਾਕ੍ਰਿਤਿਕ ਅਧਿਕਾਰ ਹੈਗੇ ਉਹਨਾਂ ਦਾ ਕਿਤੇ ਵੀ ਮੈਂਸ਼ਨ ਨਹੀਂ ਕੀਤਾ। ਫਿਰ ਅਗਲਾ ਪੁਆਇੰਟ ਹੈਗਾ ਹੈ ਨਕਾਰਾਤਮਕ ਅਤੇ ਸਕਾਰਾਤਮਕ ਅਧਿਕਾਰ, ਪੋਜ਼ਿਟਿਵ ਐਂਡ ਨੈਗੇਟਿਵ ਰਾਈਟਸ। So some rights given in the Constitution are positive and some are negative. The positive rights are those rights according to which facilities are made available to the citizens for the development of personality। Positive right ਕਿਹਨੂੰ ਕਹਾਂਗੇ ਆਪਾਂ? ਉਹ ਅਧਿਕਾਰ ਜਿਹਦੇ ਰਾਹੀਂ ਮਨੁੱਖ ਆਪਣਾ ਵਿਕਾਸ ਕਰਦਾ ਹੈ, ਔਰ ਉਹ ਅਧਿਕਾਰ ਜਿਹੜੇ ਕਿ ਇੱਕ ਪੋਜ਼ਿਟਿਵ ਵਾਤਾਵਰਨ ਤਿਆਰ ਕਰਦੇ ਹੈ ਸਮਾਜ ਦੇ ਵਿੱਚ, ਉਹਨਾਂ ਨੂੰ ਆਪਾਂ ਪੋਜ਼ਿਟਿਵ ਰਾਈਟਸ ਜਿਹੜੇ ਆ ਕਹਾਂਗੇ, ठीक है जी। और some negative rights are those rights which impose restrictions on the power of religious freedom, powers of government and check of doing certain acts। Just government will not discriminate against any citizen on the basis of caste। So negative rights ਕਿਹੜੇ ਹੈ? ਜਿਹੜੇ ਕਿ restrictions ਲਾਉਂਦੇ ਆ ਗਵਰਨਮੈਂਟ ਨੂੰ, ਜਿਹੜਾ ਹੈ ਗਵਰਨਮੈਂਟ ਜਿਹੜਾ ਕਾਨੂੰਨ ਬਣਾਉਂਦੀ ਹੈ, ਉਹਨੂੰ ਜਿਹੜਾ ਨਾਗਰਿਕਾਂ ਦੇ ਜਿਹੜੇ ਅਧਿਕਾਰ ਹੈ ਉਹਨਾਂ ਨੂੰ ਜਿਹੜਾ ਹੈਗਾ, ਜਿਹੜੀ ਚੈੱਕਸ ਲਗਾਈਆਂ ਜਾਂਦੀਆਂ ਗਵਰਨਮੈਂਟ ਦੁਆਰਾ, ਉਹਨਾਂ ਨੂੰ ਆਪਾਂ ਨੈਗੇਟਿਵ ਰਾਈਟ ਕਹਿੰਦੇ ਹਾਂ। ਦੀ ਗਵਰਨਮੈਂਟ ਜੌਬ ਸ਼ੈਲ ਬੀ ਵਿਦਆਊਟ ਐਨੀ ਡਿਸਕ੍ਰਿਮੀਨੇਸ਼ਨ। ਫਿਰ ਉਹਦੇ ਵਿੱਚ ਇਹ ਵੀ ਗੱਲ ਕਰ ਰਿਹਾ ਕਿ ਕਿਸੇ ਵੀ ਤਰ੍ਹਾਂ ਦਾ ਜਿਹੜਾ ਭੇਦਭਾਵ ਨਹੀਂ ਹੋਣਾ ਚਾਹੀਦਾ, ਭਾਵੇਂ ਉਹ ਨੌਕਰੀਆਂ ਹੋਣ, ਭਾਵੇਂ ਹੋਰ ਕੋਈ ਵਿਵਸਥਾ ਹੋਵੇ, ਠੀਕ ਹੈ। ਕਿਸੇ ਵੀ ਆਧਾਰ ਉੱਤੇ ਜਿਹੜਾ ਹੈ ਨਾਗਰਿਕ ਦੇ ਨਾਲ ਜਿਹੜਾ ਹੈ ਭੇਦਭਾਵ ਨਹੀਂ ਹੋਣਾ ਚਾਹੀਦਾ। ਪਰ ਤੁਹਾਨੂੰ ਸਾਰਿਆਂ ਨੂੰ ਇਹ ਵੀ ਪਤਾ ਹੈਗਾ ਕਿ ਲਿਖਣ ਦੇ ਵਿੱਚ ਜਾਂ ਜਿਹੜੀਆਂ ਗੱਲਾਂ ਸਾਡੇ ਸੰਵਿਧਾਨ ਨਿਰਮਾਤਾਵਾਂ ਨੇ ਸੰਵਿਧਾਨ ਦੇ ਵਿੱਚ ਕੀਤੀਆਂ, ਉਹ ਹਕੀਕਤ ਥਿਊਰੀ ਔਰ ਪ੍ਰੈਕਟਿਸ ਦੇ ਵਿੱਚ ਕਾਫੀ ਜਿਹੜਾ ਅੰਤਰ ਹੈ। ਥਿਊਰੀ ਔਰ ਪ੍ਰੈਕਟਿਸ ਦਾ ਮਤਲਬ ਇੱਥੇ ਕਹਿਣ ਦਾ ਮਤਲਬ ਹੈ ਕਿ ਲਿਖਣ ਦੇ ਵਿੱਚ ਤੇ ਗੱਲਾਂ ਬਹੁਤ ਜਿਹੜੀਆਂ ਚੰਗੀਆਂ ਹੈ, ਪਰ ਅਗਰ ਗਰਾਊਂਡ ਲੈਵਲ ਤੇ ਅਸੀਂ ਦੇਖੀਏ ਤੇ ਹਲੇ ਤੱਕ ਵੀ ਜਿਹੜੇ ਹੈ ਨਾਗਰਿਕਾਂ ਦੇ ਨਾਲ ਭੇਦਭਾਵ ਹੋ ਰਿਹਾ, ਹਲੇ ਤੱਕ ਵੀ ਜਿਹੜੇ ਹੈ ਨੀਚਲੇ ਜਾਤੀ ਦੇ ਲੋਕਾਂ ਦੇ ਨਾਲ ਭੇਦਭਾਵ ਹੋ ਰਿਹਾ, ਹਲੇ ਤੱਕ ਵੀ ਜਿਹੜੇ ਸਹੀ ਹੱਕਦਾਰ ਹੈਗੇ ਹੈ, ਜਿਨ੍ਹਾਂ ਨੂੰ ਰਿਜ਼ਰਵੇਸ਼ਨ ਮਿਲਣੀ ਚਾਹੀਦੀ ਹੈ, ਰਾਖਵਾਂਕਰਨ ਮਿਲਣਾ ਚਾਹੀਦਾ, ਉਹਨਾਂ ਨੂੰ ਨਹੀਂ ਮਿਲ ਰਿਹਾ। ਉਹਦੇ ਵਿੱਚ ਵੀ ਜਿਹੜੀ ਹੈ ਇੱਕ ਕ੍ਰੀਮੀ ਲੇਅਰ ਜਿਹੜੀ ਹੈ ਤਿਆਰ ਹੋ ਗਈ ਹੈ। ਕ੍ਰੀਮੀ ਲੇਅਰ ਦਾ ਮਤਲਬ ਹੈਗਾ ਜਿਹੜੇ ਵਿਅਕਤੀ ਇਹਨਾਂ ਜਾਤੀਆਂ ਦੇ ਵਿੱਚੋਂ ਉੱਚ ਅਹੁਦਿਆਂ ਉੱਤੇ ਪਹੁੰਚ ਗਏ, ਉਹਨਾਂ ਦੇ ਜਿਹੜੇ ਅੱਗੇ ਬੱਚੇ ਹੈ ਜਾਂ ਉਹਨਾਂ ਦੇ ਫਿਰ ਅੱਗੇ ਬੱਚੇ ਹੈ, ਉਹਨਾਂ ਨੂੰ ਵੀ ਇਹ ਬੈਨੀਫਿਟਸ ਜਿਹੜੇ ਆ ਉਹ ਮਿਲ ਰਹੇ। ਇੱਦਾਂ ਨਹੀਂ ਹੋਣਾ ਚਾਹੀਦਾ। ਆਧਾਰ ਜਿਹੜਾ ਹੈ ਰਾਖਵੇਂਕਰਨ ਦਾ, ਉਹਦਾ ਬੇਸਿਸ ਇਕਨੋਮਿਕ ਹੋਣਾ ਚਾਹੀਦਾ, ਚਾਹੇ ਉਹ ਕਿਸੇ ਵੀ ਜਾਤ ਦਾ ਹੈ। ਅਗਰ ਉਹ ਵਿਅਕਤੀ ਕੋਲ ਪੈਸਾ ਨਹੀਂ ਹੈ, ਰਿਸੋਰਸਿਸ ਨਹੀਂ ਹੈ, ਤਾਂ ਉਹਦਾ ਵਿਕਾਸ ਨਹੀਂ ਹੋ ਸਕਦਾ। ਅਗਰ ਉਹਨੂੰ ਅਸੀਂ ਵਾਤਾਵਰਨ ਹੀ ਨਹੀਂ ਪ੍ਰਦਾਨ ਕਰਾਂਗੇ, ਭਾਵੇਂ ਉਹ ਕਿਸੇ ਵੀ ਜਾਤੀ ਦਾ ਹੈ, ਤਦ ਤੱਕ ਉਹਦਾ ਵਿਕਾਸ ਨਹੀਂ ਹੋਣਾ ਚਾਹੀਦਾ। ਸੋ ਸਰਕਾਰ ਨੂੰ ਇਸ ਦਿਸ਼ਾ ਵਿੱਚ ਵੀ ਜਿਹੜਾ ਹੈ ਸੋਚਣਾ ਚਾਹੀਦਾ ਹੈ ਕਿ ਜਿਹੜਾ ਰਾਖਵੇਂਕਰਨ ਦਾ ਜਿਹੜਾ ਆਧਾਰ ਹੈ ਉਹਨੂੰ ਬਦਲ ਕੇ ਆਰਥਿਕ ਕਰ ਦਿੱਤਾ ਜਾਵੇ, ਤਾਂ ਕਿ ਜਿਹੜਾ ਸਮਾਜ ਦੇ ਵਿੱਚ ਜਿਹੜਾ ਇੱਕ ਗੈਪ ਪੈਦਾ ਹੋ ਰਿਹਾ ਹੈ ਕਿ ਜਿਨ੍ਹਾਂ ਨੂੰ ਰਾਖਵਾਂਕਰਨ ਮਿਲਿਆ ਹੈ ਔਰ ਜਿਨ੍ਹਾਂ ਨੂੰ ਰਾਖਵਾਂਕਰਨ ਨਹੀਂ ਮਿਲਿਆ, ਉਹਨਾਂ ਵਿੱਚ ਵੀ ਇੱਕ ਖਾਈ ਪੈਦਾ ਹੋ ਰਹੀ ਹੈ। ਉਸ ਖਾਈ ਨੂੰ ਜਿਹੜਾ ਹੈਗਾ ਉਹ ਦੂਰ ਕੀਤਾ ਜਾ ਸਕਦਾ। ਫਿਰ ਡਿਫਰੈਂਸ ਬਿਟਵੀਨ ਸਿਟੀਜ਼ਨਸ ਐਂਡ ਏਲੀਅਨਸ, ਨਾਗਰਿਕ ਅਤੇ ਜਿਹੜੇ ਨਾਗਰਿਕ ਨਹੀਂ ਹੁੰਦੇ ਉਹਨਾਂ ਵਿੱਚ ਕੀ ਅੰਤਰ ਹੈ। Fundamental rights distinction has been made between citizens and aliens in the Constitution.
There are certain fundamental rights which equally enjoyed by the citizens and aliens. Just as equality before law and right to religious freedom, there are certain other rights which can be granted to the citizens but no aliens. So alien ਦਾ ਮਤਲਬ ਹੁੰਦਾ ਹੈ ਕਿ ਜਿਹੜਾ ਵਿਅਕਤੀ ਬਾਹਰੋਂ ਆਉਂਦਾ ਹੈ, ਜਿਹੜਾ ਵਿਅਕਤੀ ਬਾਹਰੋਂ ਆਉਂਦਾ ਉਹਨੂੰ ਇਮੀਡੀਏਟਲੀ ਜਿਹੜੇ ਆ ਰਾਈਟਸ ਨਹੀਂ ਮਿਲਦੇ ਉਸ ਕੰਟਰੀ ਦੇ। ਜਿੱਦਾਂ ਮੰਨ ਲਓ ਅਸੀਂ ਇੱਥੋਂ ਕੈਨੇਡਾ 'ਚ ਜਾ ਕੇ ਸੈਟਲ ਹੁੰਦੇ ਹਾਂ ਜਾਂ ਕੈਨੇਡਾ 'ਚ ਸਾਨੂੰ ਇਮੀਡੀਏਟਲੀ ਜਿਹੜੇ ਉੱਥੇ ਵੋਟਿੰਗ ਰਾਈਟ ਨਹੀਂ ਮਿਲੂਗਾ ਜਾ ਕੇ, ਜਾਂ ਹੋਰ ਜਿਹੜੇ ਉੱਥੇ ਅਧਿਕਾਰਾਂ ਦੀ ਵਿਵਸਥਾ ਕੀਤੀ ਗਈ ਉਹ ਨਹੀਂ ਮਿਲੂਗੀ। ਉਹਦਾ ਵਿਦ ਪੈਸੇਜ ਆਫ ਟਾਈਮ ਜੋ ਉਸ ਦੇਸ਼ ਦਾ ਕਾਨੂੰਨ ਹੈ ਨਾਗਰਿਕਤਾ ਦੇ ਸੰਬੰਧੀ ਉਹ ਉਸ ਅਨੁਸਾਰ ਜਿਹੜੀ ਹੈ ਸਾਨੂੰ ਜਿਹੜੀ ਹੈ ਨਾਗਰਿਕਤਾ ਜਿਹੜੀ ਹੈ ਉਹ प्राप्त हो। ठीक है जी। सो और फंडामेंटल राइट्स आर इक्वली एप्लीकेबल टू ऑल द सिटीजन, ये पहले भी दस चुका है। मतलब कि जो मौलिक अधिकार है सारे वास्ते समान रूप के जोड़ा है लागू है, मतलब किसी भी तरह का जोड़ा है भेदभाव नहीं किया जाता। राइट्स आर नॉट एब्सोल्यूट बट अनलिमिटेड और नॉट अनलिमिटेड। ਜਿਹੜੇ ਅਧਿਕਾਰ ਮੌਲਿਕ ਅਧਿਕਾਰਾਂ ਦਾ ਵਰਣਨ ਸੰਵਿਧਾਨ ਦੇ ਵਿੱਚ ਹੈ, ਨਾ ਤਾਂ ਉਹ ਪੂਰੀ ਤਰ੍ਹਾਂ ਐਬਸੋਲੂਟ ਹੈ ਨਾ ਅਨਲਿਮਿਟਿਡ ਹੈ, ਅਸੀਮਿਤ ਨਹੀਂ ਹੈ। ਮਤਲਬ ਕਾਨੂੰਨੀ ਦਾਇਰੇ ਦੇ ਵਿੱਚ ਰਹਿ ਕੇ ਜਿਹੜੇ ਨਾਗਰਿਕ ਹੈ ਉਹਨਾਂ ਨੂੰ ਜਿਹੜਾ ਹੈ ਅਧਿਕਾਰ ਦਿੱਤਾ ਗਿਆ। ਮੈਂ ਤੁਹਾਨੂੰ ਇਹ ਚੀਜ਼ ਜਿਹੜਾ ਇੱਕ ਐਗਜ਼ਾਮਪਲ ਨਾਲ ਸਮਝਾਊਂਗਾ। ਹੁਣ ਫਰੀडम ਆਫ ਸਪੀਚ ਹੈ ਸਾਡੇ ਦੇਸ਼ ਦੇ ਵਿੱਚ। ਫਰੀडम ਆਫ ਸਪੀਚ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਕੁਝ ਵੀ ਅਵਾ ਤਵਾ ਜਿਹੜਾ ਹੈ ਬੋਲ ਸਕਦੇ ਹੋ। ਮਤਲਬ ਉਹਦੇ ਵਿੱਚ ਵੀ ਜਿਹੜਾ ਇੱਕ ਤਰ੍ਹਾਂ ਦਾ ਜਿਹੜਾ ਕਾਨੂੰਨ ਅਵੋਲਡ ਹੈ ਕਿ ਤੁਸੀਂ ਜਿਹੜਾ ਹੈ ਅਫੈਂਡਡ ਲੈਂਗੁਏਜ ਨਹੀਂ ਯੂਜ਼ ਕਰ ਸਕਦੇ ਕਿਸੇ ਵਿਅਕਤੀ ਦੇ ਅਗੇਂਸਟ। ਤੁਸੀਂ ਕਿਸੇ ਵੀ ਵਿਅਕਤੀ ਨੂੰ ਜਿਹੜਾ ਹੈ ਮਤਲਬ ਅਗਰ ਜਿਹੜੇ ਲੋਕ ਹਾਈ ਆਫਿਸਿਸ 'ਚ ਬੈਠੇ ਉਹਨਾਂ ਦੇ ਖਿਲਾਫ ਵੀ ਤੁਸੀਂ ਜਿਹੜਾ ਹੈ ਅਫੈਂਡਡ ਲੈਂਗੁਏਜ ਨਹੀਂ ਯੂਜ਼ ਕਰ ਸਕਦੇ। ਸੋ ਜਿੱਦਾਂ ਕੌਂਸਟੀਟਿਊਸ਼ਨ ਗਵਰਨਮੈਂਟ ਹੈਜ਼ ਗਰਾਂਟਡ ਰਾਈਟ ਟੂ ਇੰਪੋਜ਼ ਰੀਜ਼ਨੇਬਲ ਰਿਸਟ੍ਰਿਕਸ਼ਨਸ, मतलब रीजनेबल रिस्ट्रिक्शन लाने का अधिकार भी सरकार ने दिता गया है। और फंडामेंटल राइट्स अकॉर्डिंग टू द सर्कमस्टांसेस एज रिगार्ड एज द सिक्योरिटी ऑफ स्टेट फॉर पब्लिक ऑर्डर, पब्लिक मोरैलिटी एंड पब्लिक वेलफेयर। सो पब्लिक वेलफेयर वास्ते पब्लिक एथिक्स वास्ते नैतिकता वास्ते जिहड़ी चीज़ नूं रोकण दी लोड़ है ਜਾਂ ਜਿਹਦੇ 'ਤੇ ਰਿਸਟ੍ਰਿਕਸ਼ਨ ਲਾਉਣ ਦੀ ਲੋੜ ਹੈ, ਹੱਦ ਲਾਉਣ ਦੀ ਲੋੜ ਹੈ, ਉਹਦੇ 'ਤੇ ਸਰਕਾਰ ਜਿਹੜੀ ਹੈ ਸਮੇਂ ਸਮੇਂ ਉੱਤੇ ਉਸ ਅਨੁਸਾਰ ਜਿਹੜਾ ਹੈ ਕੰਮ ਕਰਦੀ ਹੈ ਜਾਂ ਹੱਦਬੰਦੀ ਜਿਹੜੀ ਹੈ ਉਹ ਲਾਉਂਦੀ ਹੈ, ਉਹ ਜਾਇਜ਼ ਵੀ ਹੈ। ਫੰਡਾਮੈਂਟਲ ਰਾਈਟਸ ਕੈਨ ਬੀ ਸਸਪੈਂਡਡ। ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀ ਕਿ ਭਾਰਤ ਦੇ ਵਿੱਚ ਜਿਹੜਾ ਰਾਸ਼ਟਰਪਤੀ ਹੈ ਉਹ 3 ਤਰ੍ਹਾਂ ਦੇ ਆਪਾਤਕਾਲ ਦੀ ਘੋਸ਼ਣਾ ਕਰ ਸਕਦਾ। ਅਗਰ ਯੁੱਧ ਅਤੇ ਗ੍ਰਹਿ ਯੁੱਧ ਦੀ ਸਥਿਤੀ ਪੈਦਾ ਹੁੰਦੀ ਹੈ ਕਿਸੇ ਵੀ ਸੂਰਤ ਦੇ ਵਿੱਚ, ਤੇ ਜਿਹੜਾ ਭਾਰਤ ਦਾ ਰਾਸ਼ਟਰਪਤੀ ਹੈ ਮੰਤਰੀ ਮੰਡਲ ਅਤੇ ਪ੍ਰਧਾਨ ਮੰਤਰੀ ਦੀ ਸਹਿਮਤੀ ਦੇ ਨਾਲ ਧਾਰਾ 352 ਦੇ ਅਧੀਨ ਰਾਸ਼ਟਰੀ ਆਪਾਤਕਾਲ ਦੀ ਘੋਸ਼ਣਾ ਕਰ ਸਕਦਾ ਹੈ। ਫਿਰ ਉਸ ਤੋਂ ਬਾਅਦ ਜਿਹੜਾ ਹੈ ਅਗਰ ਕਿਸੇ ਪ੍ਰਾਂਤ ਦੇ ਵਿੱਚ ਭਾਰਤ ਦੇ ਪ੍ਰਾਂਤ ਦੇ ਵਿੱਚ ਡਿਸਟਰਬੈਂਸ ਹੁੰਦੀ ਹੈ ਜਾਂ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਖਰਾਬ ਹੁੰਦੀ ਹੈ ਤਾਂ ਇਹੋ ਜਿਹੀ ਸਥਿਤੀ ਦੇ ਵਿੱਚ ਜਿਹੜਾ ਹੈ ਭਾਰਤ ਦਾ ਰਾਸ਼ਟਰਪਤੀ ਜਿਹੜਾ ਹੈ ਉੱਥੇ ਜਿਹੜਾ ਹੈ ਬੁਲਾ ਸਕਦਾ, ਉੱਥੇ ਜਿਹੜਾ ਹੈ ਸੰਵਿਧਾਨਿਕ ਆਪਾਤਕਾਲ ਦੀ ਘੋਸ਼ਣਾ ਕਰ ਸਕਦਾ। ਅਗਰ ਵਿੱਤੀ ਹਾਲਤ ਦੇਸ਼ ਦੀ ਖਰਾਬ ਹੁੰਦੀ ਹੈ ਤਾਂ ਇਹੋ ਜਿਹੀ ਸਥਿਤੀ ਦੇ ਵਿੱਚ ਧਾਰਾ 360 ਦੇ ਅਧੀਨ ਭਾਰਤ ਦਾ ਰਾਸ਼ਟਰਪਤੀ ਜਿਹੜਾ ਹੈ ਵਿੱਤੀ ਆਪਾਤਕਾਲ ਦੀ ਜਿਹੜਾ ਹੈ ਘੋਸ਼ਣਾ ਜਿਹੜਾ ਹੈ ਉਹ ਕਰ ਸਕਦਾ। ਸੋ ਉਸ ਰਾਸ਼ਟਰੀ ਆਪਾਤਕਾਲ ਦੌਰਾਨ ਜਿਹੜਾ ਹੈ ਜਿਹੜੇ ਭਾਰਤ ਦੇ ਨਾਗਰਿਕਾਂ ਦੇ ਮੌਲਿਕ ਅਧਿਕਾਰ ਹੈ ਉਹਨਾਂ ਨੂੰ ਸਸਪੈਂਡ ਵੀ ਕੀਤਾ ਜਾ ਸਕਦਾ ਹੈ। ਇੱਦਾਂ ਇੱਕ ਵਾਰੀ ਹੋ ਚੁੱਕਾ ਹੈ ਆਲਰੇਡੀ। 25 ਜੂਨ 1975 ਨੂੰ ਜਦੋਂ ਇੰਦਰਾ ਗਾਂਧੀ ਦੀ ਸਰਕਾਰ ਨੇ ਭਾਰਤ ਦੇ ਵਿੱਚ ਰਾਸ਼ਟਰੀ ਆਪਾਤਕਾਲ ਦੀ ਘੋਸ਼ਣਾ ਕੀਤੀ ਸੀ ਤਾਂ ਜਿਹੜੇ ਪ੍ਰੈਜ਼ੀਡੈਂਟ ਸਸਪੈਂਡਡ ਆਲ ਦੀ ਸਿਵਲ ਰਾਈਟਸ ਅੰਡਰ ਆਰਟੀਕਲ 14, 19, 21, 22 of the Constitution. Under 44th Constitutional Amendment 79, the provision has been made that during the state of emergency, right to life and individual liberty granted to citizens under Article 21 of the Constitution can be suspended by the President. ਪਹਿਲੇ 1975 ਦੇ ਵਿੱਚ ਜਦੋਂ ਆਪਾਤਕਾਲ ਲੱਗਿਆ ਸੀ ਉਦੋਂ ਧਾਰਾ 14, ਧਾਰਾ 19, ਧਾਰਾ 21
ਧਾਰਾ 22 ਜਿਹੜੀ ਸੰਵਿਧਾਨ ਦੀ ਇਹਨਾਂ ਨੂੰ ਜਿਹੜਾ ਹੈ ਸਸਪੈਂਡ ਕਰ ਦਿੱਤਾ ਗਿਆ ਸੀ। ਪਰ ਉਸ ਤੋਂ ਬਾਅਦ ਇੱਕ ਬਹੁਤ ਇੰਪੋਰਟੈਂਟ ਸੰਸ਼ੋਧਨ ਹੋਇਆ 1978 ਅਤੇ 79 ਦੇ ਵਿੱਚ, ਜਿਹਦੇ ਵਿੱਚ ਇਹ ਕਿਹਾ ਗਿਆ ਕਿ ਜਦੋਂ ਵੀ ਰਾਸ਼ਟਰੀ ਆਪਾਤਕਾਲ ਲੱਗੇਗਾ ਉਹਦੇ ਵਿੱਚ ਜਿਹੜੀ ਧਾਰਾ 21 ਹੈ ਉਹ ਸਸਪੈਂਡ ਹੋਏਗੀ ਫੰਡਾਮੈਂਟਲ ਰਾਈਟਸ ਦੀ, ਜਿਹਦੇ ਵਿੱਚ ਰਾਈਟ ਟੂ ਲਾਈਫ ਐਂਡ ਇੰਡੀਵਿਜੂਅਲ ਲਿਬਰਟੀ ਹੈ ਉਹ ਸਸਪੈਂਡ ਹੋਊਗਾ, ਬਾਕੀ ਅਧਿਕਾਰ ਸਸਪੈਂਡ ਜਿਹੜੇ ਆ ਨਹੀਂ ਹੋਣਗੇ। ਸੋ ਇਹ ਇੱਕ ਇੰਪੋਰਟੈਂਟ ਜਿਹੜੀ ਅਮੈਂਡਮੈਂਟ ਸੀਗੀ 1978 ਤੇ 79 ਦੇ ਵਿੱਚ ਜਿਹੜੀ ਸੀ ਹੋਈ। ਠੀਕ ਹੈ ਜੀ। ਹੁਣ ਲਾਸਟ ਪੁਆਇੰਟ ਇਹਦੇ ਵਿੱਚ ਲਾਸਟ ਫੀਚਰ ਸਾਡਾ ਹੈਗਾ ਹੈ ਪਾਰਲੀਮੈਂਟ ਕੈਨ ਅਮੈਂਡ ਫੰਡਾਮੈਂਟਲ ਰਾਈਟਸ ਵਿਦਿਨ ਦੀ ਬੇਸਿਕ ਸਟਰਕਚਰ ਆਫ ਦੀ ਕਨਸਟੀਟਿਊਸ਼ਨ। ਸੋ ਮਤਲਬ ਪਾਰਲੀਮੈਂਟ ਨੂੰ ਅਮੈਂਡਮੈਂਟ ਦਾ ਅਧਿਕਾਰ ਦਿੱਤਾ ਗਿਆ ਅੰਡਰ ਆਰਟੀਕਲ 368, ਪਰ ਪਾਰਲੀਮੈਂਟ ਜਿਹੜਾ ਹੈ ਉਹ ਉਸੇ ਚੀਜ਼ ਨੂੰ ਅਮੈਂਡ ਕਰ ਸਕਦਾ ਹੈ ਜਿਹੜਾ ਕਿ ਬੇਸਿਕ ਸਟਰਕਚਰ ਆਫ ਦੀ ਕਨਸਟੀਟਿਊਸ਼ਨ ਚ ਆਉਂਦਾ। ਮਤਲਬ ਬੇਸਿਕ ਸਟਰਕਚਰ ਤੋਂ ਬਾਹਰ ਹੋ ਕੇ ਪਾਰਲੀਮੈਂਟ ਨੂੰ ਇਹ ਅਧਿਕਾਰ ਨਹੀਂ ਦਿੱਤਾ ਗਿਆ ਕਿ ਉਹ ਕਨਸਟੀਟਿਊਸ਼ਨ ਨੂੰ ਜਿਹੜਾ ਹੈ ਅਮੈਂਡ ਕਰ ਸਕੇ। ਸੋ ਇਹ ਜਦੋਂ ਅਸੀਂ ਅੱਗੇ ਚੱਲਾਂਗੇ ਇਸ ਚੈਪਟਰ ਦੇ ਵਿੱਚ, ਇਹ ਮੈਂ ਤੁਹਾਨੂੰ ਜਿਹੜਾ ਹੈ ਬੇਸਿਕ ਸਟਰਕਚਰ ਦਾ ਕੀ ਕਨਸੈਪਟ ਹੈਗਾ ਆਪਣੇ, ਉਹ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਉੱਥੇ ਸਮਝਾਊਂਗਾ। ਪੁਆਇੰਟ ਵਾਈਜ਼ ਜਿਹੜਾ ਹੈਗਾ ਇਹਦੇ ਵਿੱਚ ਫਿਰ ਤੁਸੀਂ ਇਸ ਪੁਆਇੰਟ ਦੇ ਵਿੱਚ ਹੋਰ ਇਹ ਵੀ ਲਿਖਣਾ ਹੈਗਾ ਕਿ 1967 ਦੇ ਵਿੱਚ ਇੱਕ ਗੋਲਕਨਾਥ ਕੇਸ ਹੋਇਆ ਸੀ, ਗੋਲਕਨਾਥ ਵਰਸਸ ਸਟੇਟ ਆਫ ਪੰਜਾਬ। ਉਹਦੇ ਵਿੱਚ ਸੁਪਰੀਮ ਕੋਰਟ ਨੇ 1976 ਦੇ ਵਿੱਚ ਇਹ ਰੂਲਿੰਗ ਦਿੱਤੀ ਸੀ that the parliament does not have right to amend the chapter on fundamental rights, but when 24th amendment was passed in 1966 ਦੇ ਵਿੱਚ ਇਹ ਕੇਸ ਹੋਇਆ ਸੀਗਾ। ਉਸ ਤੋਂ ਬਾਅਦ 1971 ਦੇ ਵਿੱਚ 24ਵਾਂ ਸੰਵਿਧਾਨਿਕ ਸੰਸ਼ੋਧਨ ਹੋਇਆ ਤੇ ਉਹਦੇ ਵਿੱਚ ਇਹ ਕਿਹਾ ਗਿਆ ਕਿ ਪਾਰਲੀਮੈਂਟ ਅਗੇਨ ਅਕਵਾਇਰਡ ਰਾਈਟ ਟੂ ਸੁਪਰੀਮੇਸੀ ਆਫ ਦੀ ਪਾਰਲੀਮੈਂਟ ਵਾਸ ਰੀਐਸਟੈਬਲਿਸ਼ਡ। ਫਿਰ 25ਵਾਂ ਅਮੈਂਡਮੈਂਟ ਹੋਇਆ 1972 ਦੇ ਵਿੱਚ, ਜਿਹਦੇ ਵਿੱਚ ਰਾਈਟ ਟੂ ਪ੍ਰੋਪਰਟੀ ਜਿਹੜਾ ਸੀਗਾ ਸੀਵੀਅਰ ਰੂਲ। ਫਿਰ 1973 ਦੇ ਵਿੱਚ ਜਿਹੜਾ ਸੀਗਾ ਕੇਸ਼ਵਾਨੰਦ ਭਾਰਤੀ ਕੇਸ ਹੋਇਆ ਵਰਸਸ ਸਟੇਟ ਆਫ ਕੇਰਲਾ, ਜਿਹਦੇ ਵਿੱਚ ਸੁਪਰੀਮ ਕੋਰਟ gave the ruling the government has power to amend fundamental rights but it should be in the basic structure of the constitution. So basic structure of the constitution ਦਾ ਜਿਹੜਾ ਹੁਣ ਇੱਕ ਹੱਦ ਹੈ ਉਹਦੇ ਅੰਦਰ ਰਹਿ ਕੇ ਹੀ ਜਿਹੜਾ ਹੈ ਹੁਣ ਬੇਸਿਕ ਸਟਰਕਚਰ 'ਚ ਕਿਹੜੀਆਂ ਚੀਜ਼ਾਂ ਆਉਂਦੀਆਂ, ਇਹ ਜਦੋਂ ਆਪਾਂ ਇਹਦੇ 'ਤੇ ਅਲੱਗ ਤੋਂ ਇੱਕ ਡਿਟੇਲਡ ਕੁਐਸਚਨ ਕਰਨਾ ਉਹਦੇ ਵਿੱਚ ਮੈਂ ਤੁਹਾਨੂੰ ਜਿਹੜਾ ਹੈ ਦੱਸੂੰਗਾ। ਠੀਕ ਹੈ। ਲਾਸਟ ਪੁਆਇੰਟ ਹੈਗਾ ਇਹਦੇ ਵਿੱਚ ਫੰਡਾਮੈਂਟਲ ਰਾਈਟਸ ਆਰ ਜਸਟਿਫਾਈਡ। Fundamental rights can be enforced by courts. Special provisions for enforcement of fundamental rights have been made. So fundamental rights ਨੂੰ ਜਿਹੜਾ ਕੋਰਟਸ ਦੁਆਰਾ ਜਿਹੜਾ ਹੈ ਇੰਪਲੀਮੈਂਟ ਜਿਹੜਾ ਹੈ ਕੀਤਾ ਜਾ ਸਕਦਾ, ਇਨਫੋਰਸ ਕੀਤਾ। ਸੋ ਮੈਂ ਅੱਜ ਦਾ ਆਪਣਾ ਜਿਹੜਾ ਵੀਡੀਓ ਲੈਕਚਰ ਹੈ ਇੱਥੇ ਖਤਮ ਕਰਦਾ ਤੇ ਕੱਲ੍ਹ ਨੂੰ ਆਪਾਂ ਇਹਦੀ ਜਿਹੜਾ ਹੈ ਫੰਡਾਮੈਂਟਲ ਰਾਈਟਸ ਦੀ ਜਿਹੜਾ ਹੈ ਡਿਟੇਲਡ ਮੈਂ ਕਲਾਸੀਫਿਕੇਸ਼ਨ ਤੁਹਾਨੂੰ ਜਿਹੜਾ ਹੈ as well as in live class as well as in मतलब ਜਿਹੜਾ ਮੈਂ ਤੁਹਾਨੂੰ ਵੀਡੀਓ ਲੈਕਚਰ ਪਾਉਣਾ ਉਹਦੇ ਵਿੱਚ ਮੈਂ ਤੁਹਾਨੂੰ ਦੋਨਾਂ ਦੇ ਵਿੱਚ ਇਹ ਚੀਜ਼ ਚਾਹੂੰਗਾ। ਥੈਂਕ ਯੂ ਫॉर ਅਟੈਂਡਿੰਗ ਦਿਸ।